ਹੈਲੋ एवरीवन ਗਿਲਸ ਮੰਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਲੈਕਚਰ 6ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ ਸਬਸਿਡਰੀ ਬੁੱਕਸ ਦੀ ਗੱਲ ਕਰਾਂਗੇ। ਪਿੱਛੇ ਆਪਾਂ ਜਨਰਲ ਪੜ੍ਹ ਆਏ, ਲੈਜਰ ਪੜ੍ਹ ਆਏ, ਕੁਝ ਬੇਸਿਕਸ ਪੜ੍ਹ ਆਏ। ਜਨਰਲ ਦਾ ਹੀ ਇੱਕੋ ਪਾਰਟ ਹੈ ਸਬਸਿਡਰੀ ਬੁੱਕਸ। ਅੱਜ ਤੁਹਾਨੂੰ ਮੈਂ ਸਮਝਾਵਾਂਗੇ ਸਬਸਿਡਰੀ ਬੁੱਕਸ ਕਿਹਨੂੰ ਕਹਿੰਦੇ ਨੇ। ਠੀਕ ਹੈ ਫਰੈਂਡਸ। ਤਾਂ ਜਨਰਲ ਵਿੱਚ ਆਪਾਂ ਇੱਕ ਸਬਸਿਡਰੀ ਬੁੱਕ ਹੁੰਦਾ, ਇੱਕ ਜਨਰਲ ਪ੍ਰੋਪਰ ਹੁੰਦਾ। ਸਬਸਿਡਰੀ ਬੁੱਕ ਪਹਿਲੇ ਸਮਝਦੇ ਹਾਂ, ਤੁਹਾਨੂੰ ਫਿਰ ਜਨਰਲ ਪ੍ਰੋਪਰ ਸਮਝ ਆ ਜਾਏਗਾ। Subsidiary books are books of original entry in the normal course of business. Majority of transactions are either related to sale, purchase, or cash. So we record transactions of the same or similar nature in one place. That is the subsidiary book, and we record these transactions in chronological order. ठीक है फ्रेंड्स, मतलब कि सब्सिडरी बुक ਉਹਨੂੰ ਕਵਾਂਗੇ ਜਿਸ ਦੀਆਂ ਮੈਜੋਰਟੀ ਟ੍ਰਾਂਜੈਕਸ਼ਨ सेल च है, परचेज च है, कैश च है। मतलब कैश की ट्रांजैक्शन कितनी होंदियां तुसीं आप लोग बिजनेस करोगे कैश च करोगे कुछ सेल कर रहे हो कैश, कोई पे कर रहे हो, एक्सपेंसिस पे कर रहे हो, कोई कुछ भी इलैक्ट्रिसिटी का बिल पे कर रहे हो, किसी को सैलरी दे रहे हो, किसी को वेजिस दे रहे हो, किसी को फर्नीचर परचेज कर रहे हो या कोई मशीनरी परचेज कर रहे हो, उसनों आपां कहांगे कैश विच परचेज किया। तो ਆਪਾਂ ने जो कैश परचेज कर लिया तो सेल परचेज से उरे ध्यान रखियो, सेल परचेज ਜਿਹੜਾ ਹੋਏਗਾ ਉਹ क्रेडिट ਤੇ ਹੀ ਹੋਏਗਾ सिर्फ। ठीक है फ्रेंड्स, वो क्रेडिट ਤੇ ਹੀ ਗੱਲ ਕਰਾਂਗੇ ਆਪਾਂ। ਉਹਨੂੰ ਆਪਾਂ ਪਰਚੇਸ ਤੇ मतलब कि कैश वाली ਗੱਲ नहीं करना। कैश वाली सारी ट्रांजैक्शनस कैश बुक 'ਚ ਆ ਜਾਣਗੀਆਂ। ਤਾਂ ਸੇਲ ਬੁੱਕ 'ਚ ਸੇਲ ਔਨ ਕ੍ਰੈਡਿਟ, ਪਰਚੇਸ ਔਨ ਕ੍ਰੈਡਿਟ, ਸਾਰੀ ਉਧਾਰੀਆਂ ਵਾਲੀਆਂ ਟ੍ਰਾਂਜੈਕਸ਼ਨਸ ਜਿਸ ਤਰ੍ਹਾਂ ਜਿਸ ਐਂਟਰੀ ਦੇ ਹਿਸਾਬ 'ਚ ਆਪਾਂ ਉਧਾਰੀ ਕੀਤੀ ਹੈ, ਜਿਸ ਬਿਜ਼ਨਸ ਦੁਆਰਾ ਆਪਾਂ ਕਿਸੇ ਨੂੰ ਮਾਲ ਵੇਚਿਆ ਜਾਂ ਖਰੀਦਿਆ ਉਧਾਰ 'ਤੇ, ਆਉਣ ਵਾਲੇ ਟਾਈਮ 'ਚ ਅਸੀਂ ਪੈਸਾ ਪੇ ਕਰਾਂਗੇ ਜਾਂ ਆਉਣ ਵਾਲੇ ਟਾਈਮ 'ਚ ਅਸੀਂ ਪੈਸਾ ਰਿਸੀਵ ਕਰਾਂਗੇ, ਉਹ ਸਾਰੀਆਂ ਟ੍ਰਾਂਜੈਕਸ਼ਨ ਸੇਲ ਪਰਚੇਸ ਵਿੱਚ ਆਉਣਗੀਆਂ। ठीक है फ्रेंड्स, तो सबसिडी बुक ਤੁਹਾਨੂੰ समझ आ गया। सबसिडी बुक ਦੇ ਅੱਗੋਂ ਪਾਰਟ ਹੈ, मतलब कि ਅੱਗੋਂ ਉਸਦੇ ਟਾਈਪ ਹੈ ਕਿਹੜੀ ਹੁੰਦੀਆਂ। ਕੈਸ਼ ਬੁੱਕ ਹੁੰਦਾ, ਇੱਕ ਅਦਰ सबसिडी ਬੁੱਕਸ ਹੁੰਦੀਆਂ। ਕੈਸ਼ ਬੁੱਕ ਕਿਹੜੀ ਹੁੰਦੀਆਂ, 4 ਤਰ੍ਹਾਂ ਦੀ ਹੁੰਦੀਆਂ। ਸਿੰਗਲ ਕੋਲਮ, ਡਬਲ ਕੋਲਮ, ਟ੍ਰਿਪਲ ਕੋਲਮ, ਪੈਟੀ ਕੈਸ਼ ਬੁੱਕ। ਤੁਹਾਨੂੰ ਮੈਂ ਸਾਰਾ ਸਮਝਾਵਾਂਗੇ। ਸਿੰਗਲ ਕੋਲਮ ਕਿਹਨੂੰ ਕਹਿੰਦੇ ਆ, ਡਬਲ ਕੋਲਮ ਕਿਹਨੂੰ ਕਹਿੰਦੇ ਆ, ਟ੍ਰਿਪਲ ਕੋਲਮ ਕਿਹਨੂੰ ਕਹਿੰਦੇ ਆ, ਪੈਟੀ ਕੈਸ਼ ਬੁੱਕ ਕਿਹਨੂੰ ਕਹਿੰਦੇ ਆ। ਤਾਂ ਅਦਰ सबसिडी ਬੁੱਕ ਵੀ ਦੇਖ ਲਓ। ਅਦਰ सबसिडी ਬੁੱਕ ਪਰਚੇਸ ਬੁੱਕ, ਸੇਲ ਬੁੱਕ, ਪਰਚੇਸ ਰਿਟਰਨ ਆਊਟਵਰਡ, ਇਹਨੂੰ ਰਿਟਰਨ ਆਊਟਵਰਡ ਵੀ ਕਹਿੰਦੇ ਆ। ਸੇਲ ਰਿਟਰਨ, ਰਿਟਰਨ ਇਨਵਰਡ, ਬਿੱਲ ਰਿਸੀਵੇਬਲ, ਬਿੱਲ ਪੇਏਬਲ, ਜਨਰਲ ਪ੍ਰੋਪਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਅਦਰ ਜਿਹੜੀਆਂ ਰਿਮੇਨਿੰਗ ਐਂਟਰੀਜ਼ ਪੈਂਦੀਆਂ ਉਹ ਤੁਹਾਨੂੰ ਮੈਂ ਦੱਸਿਆ ਨਹੀਂ, ਤੁਹਾਨੂੰ ਦੱਸ ਦੇਣਾ। ਸਬਸਿਡੀ ਬੁੱਕ ਦੀ ਗੱਲ ਪਤਾ ਲੱਗ ਗਈ ਨਾ, ਜਿਹੜੀ ਮੈਜੋਰਟੀ ਟ੍ਰਾਂਜੈਕਸ਼ਨ ਜਿਹੜੀਆਂ ਪੈਂਦੀਆਂ ਉਰੇ ਸੇਲਸ, ਪਰਚੇਸ ਅਤੇ ਕੈਸ਼ ਨਾਲ ਰਿਲੇਟਿਡ। ਤਾਂ ਬਾਕੀ ਉਸ ਤੋਂ ਇਲਾਵਾ ਜਿੰਨੀਆਂ ਵੀ ਐਂਟਰੀਆਂ ਬਚੀਆਂ ਉਹ ਸਾਰੀਆਂ ਜਨਰਲ ਪ੍ਰੋਪਰ 'ਚ ਜਾਣਗੀਆਂ। ਠੀਕ ਹੈ ਫਰੈਂਡਸ। ਸੇਲ ਔਨ ਕ੍ਰੈਡਿਟ, ਪਰਚੇਸ ਔਨ ਕ੍ਰੈਡਿਟ, ਜਿੰਨੀਆਂ ਟ੍ਰਾਂਜੈਕਸ਼ਨ ਸੀ, ਸਪੋਜ਼ ਸੇਲ ਔਨ ਕ੍ਰੈਡਿਟ ਕਿਹੜੀ ਐਂਟਰੀ ਹੋਏਗੀ, ਰਮੇਸ਼ ਨੂੰ ਮੈਨੇ ਸੇਲ ਕੀਤੀ ਹੈ, मैंने क्रेडिट का नेम लिखा रमेश अकाउंट डेबिट टू सेल अकाउंट, तो वो एंट्री सेल बुक 'ਚ जाएगी। परचेस किया मैंने किसी एक्स परसन तो परचेस किया मैंने, परचेसिस अकाउंट डेबिट टू एक्स अकाउंट, कैश ना दे के अपने एक्स के अमाउंट एक्स अकाउंट लिखता, वो आप परचेसिस अकाउंट बुक 'ਚ पावांगे। कैश बुक 'ਚ किवें करांगे, कैश अकाउंट डेबिट टू सेल अकाउंट, कैश अकाउंट डेबिट टू फ्रॉम एक्स परसन, तो सारा वो कैश बुक 'ਚ आ जाएगा। ठीक है फ्रेंड्स। तो अगे आप देखते हैं 2 ਮਿੰਟ ਅੱਗੇ ਦੇਖਦੇ ਹਾਂ ਆਪਾਂ। ਅੱਗੇ ਆਪਾਂ ਕਰ ਰਹੇ ਸੀ ਕੈਸ਼ ਬੁੱਕ। ਵੀ ਵਿਲ ਰਿਕਾਰਡ all transactions of the business. This book keeps the record of all cash payments and cash receipts. ਆਪਾਂ ਉਹ ਕੈਸ਼ ਬੁੱਕ ਦੀ ਗੱਲ ਕਰ ਰਹੇ ਹਾਂ ਕਿਉਂਕਿ ਆਪਾਂ 2 ਪਾਰਟ ਪੜ੍ਹ ਚੁੱਕੇ, ਕੈਸ਼ ਬੁੱਕ ਅਤੇ ਅਦਰ ਸਬਸਿਡਰੀ ਬੁੱਕ। ਕੈਸ਼ ਬੁੱਕ ਦੀ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ, ਉਹਦੇ ਚਾਰੋਂ ਟਾਈਪਸ ਪੜ੍ਹਾਵਾਂਗਾ ਤੁਹਾਨੂੰ ਮੈਂ ਅੱਜ, ਅਤੇ ਅੱਗੋਂ ਆਪਾਂ ਸਬਸਿਡਰੀ ਬੁੱਕ ਵੀ ਸਾਰੀ ਪੜ੍ਹਾਂਗੇ। ਠੀਕ ਹੈ ਫਰੈਂਡਸ। In cash book, we will record all the transactions of business. This book keeps the record of all cash payments and cash receipts. Here are the 4 type of cash books are below. ਸਾਰੀਆਂ ਜਿੰਨੀਆਂ ਵੀ ਕੈਸ਼ ਟ੍ਰਾਂਜੈਕਸ਼ਨਸ ਹੈ ਉਹ ਸਾਰੀ ਕੈਸ਼ ਬੁੱਕ 'ਚ ਆਉਣੇ। ਤੁਹਾਨੂੰ ਉੱਪਰ ਸਮਝਾਈ ਆਈ ਹੈ। ਇੱਕ ਤਾਂ ਮੈਂ ਸਿਮਲਰ ਡੈਫੀਨੇਸ਼ਨ ਪੜ੍ਹੀ ਹੈ ਤੁਹਾਡੇ ਸਾਹਮਣੇ, ਤੁਹਾਨੂੰ ਸਮਝ ਆ ਗਿਆ ਹੋਣਾ। ਤਾਂ ਇਸ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਕੈਸ਼ ਬੁੱਕ ਵਿੱਚ ਸਪੋਜ਼ ਫੋਰ MC ਕੁਝ ਪੁੱਛ ਲਿਆ ਜਾਵੇ ਕਿ ਇਹ ਲੈਜਰ ਹੈ, ਜਨਰਲ ਹੈ, ਇਹਨੂੰ ਕਹਾਂਗੇ ਆਪਾਂ ਜਨਰਲ ਹੈਜ਼ ਵੈਲ ਲੈਜਰ। ਜਨਰਲ ਵੀ ਹੈ ਅਤੇ ਲੈਜਰ ਵੀ ਹੈ। ਠੀਕ ਹੈ ਫਰੈਂਡਸ। ਓਰੀਜਨਲ ਐਂਟਰੀ ਵਿੱਚ ਰਿਕਾਰਡ ਹੋ ਰਹੀ ਹੈ ਅਤੇ ਲੈਜਰ 'ਚ ਆਪਾਂ ਪੋਸਟ ਵੀ ਕਰ ਰਹੇ ਹਾਂ, ਸਿਮਿਲਰ ਕੰਮ ਹੋ ਰਿਹਾ। ਠੀਕ ਹੈ ਫਰੈਂਡਸ। ਤਾਂ ਸਿੰਗਲ ਕੋਲਮ ਕੈਸ਼ ਬੁੱਕ, ਸਿੰਗਲ ਕੋਲਮ ਕੈਸ਼ ਬੁੱਕ ਇਹਨੂੰ ਕਹਾਂਗੇ, ਮਤਲਬ ਸਿੰਗਲ ਕੋਲਮ ਕੈਸ਼ ਬੁੱਕ ਹੈ ਉਹਨੂੰ ਕਿਹਨੂੰ ਕਹਾਂਗੇ, ਡਬਲ ਕੋਲਮ ਕਿਹਨੂੰ ਕਹਾਂਗੇ, ਟ੍ਰਿਪਲ ਕੋਲਮ ਕਿਹਨੂੰ ਕਹਾਂਗੇ, ਪੈਟੀ ਕੈਸ਼ ਬੁੱਕ ਕਿਹਨੂੰ ਕਹਾਂਗੇ, ਉਹ ਵੀ ਅੱਗੇ ਆਪਾਂ ਐਕਸਪਲੇਨ ਕਰਾਂਗੇ। ਕੈਸ਼ ਬੁੱਕ ਇਜ਼ ਦਾ ਰੀਅਲ ਅਕਾਊਂਟ ਐਂਡ ਆਲਵੇਜ਼ ਡੈਬਿਟ ਬੈਲੈਂਸ। ਕੈਸ਼ ਬੁੱਕ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਤੁਸੀਂ ਡੈਬਿਟ ਕ੍ਰੈਡਿਟ ਪੜ੍ਹਾਇਆ ਸੀ ਨਾ,
ਤਾਂ ਕੈਸ਼ ਬੁੱਕ ਜਦੋਂ ਤੁਹਾਨੂੰ ਪੜ੍ਹਾਵਾਂ ਤੁਹਾਨੂੰ ਦੱਸਾਂ ਕਿਉਂ ਡੈਬਿਟ ਬੈਲੈਂਸ ਹੁੰਦਾ, ਤੁਹਾਨੂੰ ਮੈਂ ਅੱਗੇ ਪੜ੍ਹਾਵਾਂਗਾ। ਆਓ ਆਪਾਂ ਦੇਖੀਏ ਕਿ ਆ ਸਿੰਗਲ ਕੋਲਮ ਕੈਸ਼ ਬੁੱਕ ਕਿਹਨੂੰ ਕਹਿੰਦੇ ਆ। ਸਿੰਗਲ ਕੋਲਮ ਕੈਸ਼ ਬੁੱਕ ਇਨ ਦਾ ਬੁੱਕਸ ਆਫ ਕੁਨਾਲ, ਆਪਾਂ ਫੋਰ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ। ਇਨ ਬੁੱਕਸ ਆਫ ਕੁਨਾਲ ਇਹ ਹੈਗਾ ਸਿੰਗਲ ਕੋਲਮ ਕੈਸ਼ ਬੁੱਕ। ਡੇਟ ਹੁੰਦਾ ਇਸ 'ਚ ਪਰਟੀਕੂਲਰ ਕਹਿ ਸਕਦੇ ਹੋ, ਰਿਸਿਪਟਸ ਕਹਿ ਸਕਦੇ ਹੋ। ਤਾਂ ਤੁਹਾਨੂੰ ਰਿਸਿਪਟ ਅੱਛਾ ਸਮਝ ਆਏਗਾ ਇਹ 'ਚੋਂ ਜਿੰਨੇ ਸਾਨੂੰ ਪੈਸਾ ਰਿਸੀਵ ਹੋ ਰਿਹਾ, ਇਹ 'ਚੋਂ ਜਿੰਨਾ ਸਾਡਾ ਪੈਸਾ ਜਾ ਰਿਹਾ। ਠੀਕ ਹੈ ਫਰੈਂਡਸ, ਜਿੰਨਾ ਵੀ ਪੈਸਾ ਜਾ ਰਿਹਾ ਉਹ ਇਵੇਂ ਆਏਗਾ। ਸਪੋਜ਼ ਕਰੋ ਪਿਛਲਾ ਬਰੋਡਾਊਨ ਤੁਹਾਨੂੰ ਦੱਸਿਆ ਸੀ ਕਿੰਨਾ ਬਕਾਇਆ ਬਚ ਗਿਆ, ਇਹ ਪਿਛਲੇ ਦਸੰਬਰ ਦਾ ਬਕਾਇਆ ਬਚ ਗਿਆ ਹੋਣਾ, ਉਹ ਬਰੋਡਾਊਨ ਹੋਇਆ। ਠੀਕ ਹੈ ਫਰੈਂਡਸ, ਤਾਂ ਉਰੇ ਟੂ ਰਮੇਸ਼ ਅਕਾਊਂਟ ਕਿਉਂ ਲਿਖਿਆ ਆਪਾਂ ਨੇ, ਕਿਉਂਕਿ ਕੈਸ਼ ਬੁੱਕ 'ਚ ਗੱਲ ਕਰ ਰਹੇ ਹਾਂ ਤਾਂ ਕੈਸ਼ ਆਲਰੇਡੀ ਡੈਬਿਟ ਹੈ, ਡੈਬਿਟ 'ਚ ਹੀ ਆਏਗਾ ਨਾ, ਤਾਂ ਉਹਦੇ ਜਿਹਦੇ ਨਾਲ ਉਹਦਾ ਰਿਲੇਸ਼ਨ ਆ ਉਹ ਆ ਜਾਏਗਾ। ਕੈਸ਼ ਦੀ ਟ੍ਰਾਂਜੈਕਸ਼ਨ ਕੈਸ਼ ਅਕਾਊਂਟ ਡੈਬਿਟ ਟੂ ਰਮੇਸ਼ ਅਕਾਊਂਟ, ਕੈਸ਼ ਅਕਾਊਂਟ ਡੈਬਿਟ 'ਚ ਆਪਾਂ ਡੈਬਿਟ ਸਾਈਡ ਉਹਦੀ ਅਮਾਊਂਟ ਪਾਵਾਂਗੇ, ਅਮਾਊਂਟ ਦੇ ਸਾਹਮਣੇ ਜਿਹਦੇ ਨਾਲ ਉਹਦਾ ਰਿਲੇਸ਼ਨ ਹੈ ਰਮੇਸ਼ ਅਕਾਊਂਟ ਪਾਵਾਂਗੇ। ਤੁਹਾਨੂੰ ਮੈਂ ਲੈਜਰ 'ਚ ਸਮਝਾਇਆ ਸੀ। ਤਾਂ ਇਸ ਦੀ ਐਂਟਰੀ ਇਵੇਂ ਆਏਗੀ। ਠੀਕ ਹੈ ਫਰੈਂਡਸ, ਇਹ ਜਿਹੜੀ ਰਮੇਸ਼ ਦੀ ਹੈ। ਤਾਂ ਸੇਲ ਦੀ ਤੁਹਾਨੂੰ ਮੈਂ ਦੱਸਿਆ ਸੀ ਜਿਹੜੀ ਕੈਸ਼ ਸੇਲ ਹੋਈ ਹੈ ਉਹ ਇਸ 'ਚ ਆਉਣੀ ਆ। ਠੀਕ ਹੈ ਫਰੈਂਡਸ, ਤਾਂ ਬਾਕੀ ਟ੍ਰਾਂਜੈਕਸ਼ਨ ਤੁਹਾਨੂੰ ਸਮਝ ਆ ਹੀ ਰਿਹਾ। ਉਰੇ ਆਪਾਂ ਪੇਮੈਂਟ ਕੀਤੀ ਹੈ, ਪੇਮੈਂਟ ਉਰੇ ਰਿਸਿਪਟਸ ਆਈਆਂ, ਇਹ ਡੈਬਿਟ ਹੈ, ਇਹ ਕ੍ਰੈਡਿਟ ਹੈ। ਤਾਂ ਡੈਬਿਟ ਬੈਲੈਂਸ ਕਿਉਂ ਹੋਏਗਾ, ਕਿਉਂਕਿ ਜੇ ਸਾਡੇ ਕੋਲ ਕੈਸ਼ ਹੋਏਗਾ ਤਾਂ ਅਸੀਂ ਪੇਮੈਂਟ ਕਰ ਪਾਵਾਂਗੇ ਨਾ, ਕੈਸ਼ ਦਾ ਹੋਣਾ ਜ਼ਰੂਰੀ ਹੈ, ਤਾਂ ਡੈਬਿਟ ਬੈਲੈਂਸ ਹੈ। ਰਿਸਿਪਟ ਸਾਈਡ ਮੈਂ ਡੈਬਿਟ ਬੈਲੈਂਸ। ਤਾਂ ਸਪੋਜ਼ ਕਰੋ ਤੁਹਾਨੂੰ ਪਤਾ ਲੱਗ ਹੀ ਰਿਹਾ ਕਿ ਡੈਬਿਟ ਦਾ ਜ਼ਿਆਦਾ ਅਮਾਊਂਟ ਹੈ ਕ੍ਰੈਡਿਟ ਨਾਲੋਂ। ਠੀਕ ਹੈ ਫਰੈਂਡਸ, ਇਹ ਨਾ ਦੇਖੋ ਹਲੇ ਕ੍ਰੈਡਿਟ ਡਾਊਨ, ਇਹ ਦੇਖੋ, ਆਹ ਦੇਖੋ ਇਹ ਅਮਾਊਂਟ। ਠੀਕ ਹੈ ਨਾ, ਤਾਂ ਇਹ ਆਪਾਂ ਇਸ 'ਚੋਂ ਮਾਈਨਸ ਕਰਾਂਗੇ, ਇਸ 'ਚੋਂ ਮਾਈਨਸ ਕਰਕੇ 11,800 'ਚੋਂ 30 70 200 ਅਤੇ ਇੱਕ ਸੈਲਰੀਜ਼ ਦਾ ਮਾਈਨਸ ਕਰਕੇ ਜਿੰਨੀ ਅਮਾਊਂਟ ਬਚੇਗੀ 100 ਮਾਈਨਸ ਕਰਕੇ ਇਹ ਹੋਏਗਾ ਬੈਲੈਂਸ ਕ੍ਰੈਡਿਟ। ਇੰਨਾ ਬਕਾਇਆ ਬਚ ਗਿਆ ਆਪਣੇ ਕੋਲ, ਇੰਨਾ ਬਕਾਇਆ ਬਚ ਗਿਆ। ਠੀਕ ਹੈ, ਇੰਨਾ ਬਕਾਇਆ ਬਚ ਗਿਆ ਜਦੋਂ ਆਪਾਂ ਨੇ ਟੋਟਲ ਕਰਤਾ। ਆਪਾਂ ਨੇ ਪਹਿਲੇ ਤਾਂ ਆਪਾਂ ਨੇ ਰਿਸਿਪਟ ਸਾਈਜ਼ ਟੋਟਲ ਕੀਤਾ, ਇਹ ਵੱਡਾ ਹੀ ਹੋਏਗਾ, ਹਮੇਸ਼ਾ ਵੱਡਾ ਹੋਏਗਾ ਕੈਸ਼ ਬੁੱਕ ਦਾ। ਠੀਕ ਹੈ, ਅਤੇ ਉਹਦੇ ਸਾਹਮਣੇ ਇੱਦਾਂ ਟੋਟਲ ਕਰ ਦੇਣਾ। ਤਾਂ ਇਸ 'ਚੋਂ ਇਹ ਸਾਰੇ 'ਚੋਂ ਇਹਨੂੰ ਮਾਈਨਸ ਕਰਕੇ ਜਿੰਨਾ ਬਕਾਇਆ ਬਚਿਆ ਉਹਨੂੰ ਕਹਿੰਦੇ ਨੇ ਕੈਰੀ ਡਾਊਨ। ਉਹ ਆਪਾਂ ਉਰੇ ਕੈਰੀ ਡਾਊਨ ਦਿਖਾ ਦਾਂਗੇ, ਬਾਏ ਬੈਲੈਂਸ ਕੈਰੀ ਡਾਊਨ 10,770। ਉਹ ਅੱਗੇ ਬਰੋ ਡਾਊਨ 'ਚ ਚਲਾ ਜਾਏਗਾ, ਡੈਬਿਟ ਬੈਲੈਂਸ ਬਣ ਜਾਏਗਾ, ਬਾਏ ਬੈਲੈਂਸ ਬਰੋ ਡਾਊਨ। ਫੋਰ ਸਿਮਲਰ ਹੈ ਉਰੇ ਵਾਂਗ, ਬਾਏ ਬੈਲੈਂਸ ਬਰੋ ਡਾਊਨ 11,200। ਠੀਕ ਹੈ ਫਰੈਂਡਸ, ਇਹਨੂੰ ਕਹਿੰਦੇ ਸਿੰਗਲ ਕੋਲਮ ਕੈਸ਼ ਬੁੱਕ, ਜਿਸ ਵਿੱਚ ਡੇਟ, ਰਿਸਿਪਟਸ, ਲੈਜਰ ਫੋਲੀਓ, ਅਮਾਊਂਟ, ਡੇਟ, ਪੇਮੈਂਟਸ, ਲੈਜਰ ਫੋਲੀਓ, ਅਮਾਊਂਟ, ਡੈਬਿਟ ਕ੍ਰੈਡਿਟ ਵਾਲੀ ਗੱਲ ਹੋ ਰਹੀ, ਇੱਕ ਪਾਸੇ ਰਿਸਿਪਟਸ ਹੋ ਰਹੀ, ਇੱਕ ਪਾਸੇ ਪੇਮੈਂਟਸ ਹੋ ਰਹੀਆਂ, ਉਹਨੂੰ ਕਹਿੰਦੇ ਨੇ ਸਿੰਗਲ ਕੋਲਮ ਕੈਸ਼ ਬੁੱਕ। ਡਬਲ ਕੋਲਮ ਕੈਸ਼ ਬੁੱਕ ਇਹਨੂੰ ਕਹਾਂਗੇ। ਡਬਲ ਕੋਲਮ ਕੈਸ਼ ਬੁੱਕ ਦਾ ਸਿੰਪਲ ਹੀ ਹੈ ਕਿ ਜਿਸ ਵਿੱਚ ਬੈਂਕ ਦੀ ਟ੍ਰਾਂਜੈਕਸ਼ਨ ਨਾਲ ਆ ਰਹੀਆਂ ਦੋਨੋਂ ਪਾਸੇ, ਰਿਸਿਪਟਸ ਪਾਸੇ ਵੀ, ਪੇਮੈਂਟ ਪਾਸੇ ਵੀ। ਸਪੋਜ਼ ਕਰੋ ਉਰੇ ਮੈਨੇ ਤੁਸੀਂ ਜੈਨ ਫਸਟ ਵਾਲੀ ਐਂਟਰੀ ਦੇਖੋ, ਟੂ ਇੰਟਰਸਟ ਔਨ ਇਨਵੈਸਟਮੈਂਟ, ਇੰਟਰਸਟ ਔਨ ਇਨਵੈਸਟਮੈਂਟ ਹੋ ਰਿਹਾ 5,000 ਦਾ। ਠੀਕ ਹੈ ਫਰੈਂਡਸ, 5,000 ਦਾ ਇਨਵੈਸਟਮੈਂਟ ਹੋਇਆ, ਮਤਲਬ ਇਨਵੈਸਟਮੈਂਟ 'ਤੇ ਸਾਨੂੰ ਇੰਟਰਸਟ ਮਿਲਿਆ, ਤਾਂ ਬਾਏ ਬੈਂਕ ਹੀ ਮਿਲਿਆ ਹੋਣਾ, ਇਨਵੈਸਟਮੈਂਟ ਕੀਤੀ ਹੈ ਬਾਏ ਬੈਂਕ ਹੀ ਮਿਲਿਆ ਹੋਣਾ, ਤਾਂ ਉਹ ਬੈਂਕ 'ਚ ਆ ਜਾਏਗੀ ਐਂਟਰੀ 5,000 ਦੀ। ਠੀਕ ਹੈ ਫਰੈਂਡਸ, ਤਾਂ ਉਰੇ ਰਿਸਿਪਟਸ ਵਾਲੀ ਸਾਈਡ ਆਏਗੀ ਜੇ ਕੋਈ ਪੇਮੈਂਟ ਕੀਤੀ ਬਾਏ ਬੈਂਕ, ਜਿਵੇਂ ਕਿਸੇ ਨੂੰ ਸੈਲਰੀਜ਼ ਪੇ ਕੀਤੀਆਂ ਆਪਾਂ, ਅੱਜ ਕੱਲ੍ਹ ਤਾਂ ਵੈਸੇ ਵੀ ਸੈਲਰੀਜ਼ ਦੀ ਪੇਮੈਂਟ ਬੈਂਕ ਦੁਆਰਾ ਹੀ ਹੁੰਦੀ ਹੈ, ਤਾਂ ਉਹ ਬੈਂਕ ਦੀ ਐਂਟਰੀਜ਼ ਆ ਜਾਣੀ ਆ। ਠੀਕ ਹੈ ਫਰੈਂਡਸ, ਡਬਲ ਕੋਲਮ ਕੈਸ਼ ਬੁੱਕ ਵਿੱਚ ਸਿਰਫ ਇੱਕੋ ਹੀ ਫਰਕ ਹੈ, ਬੈਂਕ ਕੋਲਮ ਆ ਜਾਂਦਾ ਹੁੰਦਾ ਇਸ ਵਿੱਚ ਅੱਗੋਂ ਤੁਹਾਨੂੰ ਤੁਸੀਂ ਇਹ ਦੇਖ ਰਹੇ ਹੋਣੇ ਕਿ ਸੀ ਕਿਉਂ ਲਿਖਿਆ ਆ ਰਿਹਾ ਲੈਜਰ ਫੋਲ, ਇਹਨੂੰ ਕਹਿੰਦੇ ਕੋਂਟਰਾ ਐਂਟਰੀ। ਕੋਂਟਰਾ ਐਂਟਰੀ ਕਿਹਨੂੰ ਕਹਿੰਦੇ ਆ, ਉਸ ਨੂੰ ਸਮਝਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਵਾਂ ਕਿ ਬੈਂਕ ਕੋਲਮ ਜਿਹੜਾ ਬੈਂਕ ਦਾ ਬੈਲੈਂਸ ਹੋਏਗਾ ਨਾ, ਉਹ ਡੈਬਿਟ ਵੀ ਹੋ ਸਕਦਾ, ਕ੍ਰੈਡਿਟ ਵੀ ਹੋ ਸਕਦਾ। ਜੇ ਡੈਬਿਟ ਹੋਏਗਾ ਤਾਂ ਬੈਂਕ ਮਤਲਬ ਕਿ ਸਾਡੇ ਕੋਲ ਕਿੰਨਾ ਬੈਲੈਂਸ ਬਚਿਆ ਉਹ ਹੋਏਗਾ, ਬੈਲੈਂਸ ਬੈਂਕ ਕਿੰਨਾ ਹੋਏਗਾ। ਠੀਕ ਹੈ ਨਾ ਫਰੈਂਡਸ, ਆ ਦੇਖੋ, ਜੇ ਬਾਈ ਚਾਂਸ ਕ੍ਰੈਡਿਟ ਹੈ ਇਹਦਾ ਮਤਲਬ ਓਵਰਡਰਾਫਟ ਹੈ, ਤੁਹਾਡੇ ਕੋਲ ਪੈਸਾ ਨਹੀਂ ਹੈ ਮਗਰ ਬੈਂਕ ਨੇ ਤੁਹਾਨੂੰ ਪੈਸਾ ਦਿੱਤਾ ਹੋਇਆ, ਇੰਨਾ ਪੈਸਾ ਦਿੱਤਾ ਤੁਹਾਨੂੰ, ਉਹਨੂੰ ਮੋੜਨਾ ਵਾਪਸ, ਉਹਨੂੰ ਕਹਿੰਦੇ ਨੇ ਕ੍ਰੈਡਿਟ 'ਤੇ ਓਵਰਡਰਾਫਟ। ਤੁਹਾਡੀ ਰੈਪੂਟੇਸ਼ਨ ਦੇ ਕੇ ਤੁਹਾਨੂੰ ਪੈਸੇ ਦਿੱਤੇ ਜਾਂਦੇ ਹਨ, ਬੈਂਕ ਵੱਲੋਂ ਪੈਸਾ ਦੇਗਾ ਤੁਹਾਨੂੰ, ਅਕਾਊਂਟ 'ਚ ਪਾ ਦੇਗਾ ਤੁਹਾਡੇ, ਜੋ ਤੁਹਾਡੇ ਕੋਲ ਹੋਣਗੇ ਮਤਲਬ ਤੁਸੀਂ ਵਾਪਸ ਕਰ ਦਿਓ, ਕਿਉਂਕਿ ਤੁਹਾਡੀ ਰੈਪੂਟੇਸ਼ਨ ਅੱਛੀ ਹੈ, ਤੁਹਾਡੀ ਟ੍ਰਾਂਜੈਕਸ਼ਨ ਜਿਹੜੀਆਂ ਅੱਛੀਆਂ ਹੋ ਰਹੀਆਂ, ਤੁਹਾਡਾ ਅੱਛਾ ਲੈਣ ਦੇਣ ਹੈ ਬੈਂਕ ਦੀ ਆਪਣੇ ਅਕਾਊਂਟ ਨਾਲ, ਅੱਛੀ ਹੈ ਤੁਹਾਡੀ ਰੈਪੂਟੇਸ਼ਨ। ਠੀਕ ਹੈ ਫਰੈਂਡਸ, ਹੁਣ ਕਾਉਂਟਰ ਟ੍ਰਾਂਜੈਕਸ਼ਨ ਦੇਖ ਲੈਂਦੇ ਹਾਂ। ਕਾਉਂਟਰ ਟ੍ਰਾਂਜੈਕਸ਼ਨਸ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਵੈਨ ਅ ਸਿੰਗਲ ਟ੍ਰਾਂਜੈਕਸ਼ਨਸ ਅਫੈਕਟ ਦੀ both cash and bank column with the same amount, then it is known as the contra transactions।
These transactions should be indicated by the contra sign C in the ledger folio. Column engage the both side of cash flow. ਉੱਪਰ ਤੁਹਾਨੂੰ ਦੇਖਿਆ ਨਾ C ledger folio ਉਹੀ ਕਹਿ ਰਿਹਾ ਮਤਲਬ ਕਿ ਜਿਸ ਦਾ ਇਫੈਕਟ ਕੈਸ਼ ਤੇ ਬੈਂਕ ਵਿੱਚ ਕੈਸ਼ ਤੇ ਬੈਂਕ ਦਾ ਦੋਨਾਂ ਦਾ ਪੈ ਰਿਹਾ ਇੱਕ ਜੇ ਸਪੋਜ਼ ਕਰੋ ਆਪਾਂ ਨੇ ਬੈਂਕ 'ਚ ਪੈਸਾ ਜਮ੍ਹਾਂ ਕਰਾਉਣਾ ਹੈ ਤੇ ਕੈਸ਼ 'ਚੋਂ ਕਢਾਉਣਾ ਹੈ ਤਾਂ ਕੈਸ਼ ਵਿੱਚੋਂ ਜਾਏਗਾ ਤਾਂ ਬੈਂਕ 'ਚ ਜਾਏਗਾ ਨਾ ਇਕੱਲਾ ਬੈਂਕ ਦੀ ਐਂਟਰੀ ਤਾਂ ਨਹੀਂ ਪਾ ਦਾਂਗੇ ਜਦੋਂ ਆਪਾਂ ਡਬਲ ਕੋਲਮ ਬਣਾ ਰਹੇ ਹਾਂ ਕੈਸ਼ ਤੇ ਬੈਂਕ ਦਾ ਕਰਾ ਰਹੇ ਹਾਂ ਤਾਂ ਕੈਸ਼ 'ਚੋਂ ਮਾਈਨਸ ਹੋਏਗਾ ਬੈਂਕ 'ਚ ਜਾਏਗਾ ਸਪੋਜ਼ ਕਰੋ ਜੇ ਬੈਂਕ 'ਚੋਂ ਕਢਾ ਕੇ ਕੈਸ਼ 'ਚ ਪਾਉਣਾ ਬੈਂਕ ਦਾ ਮਾਈਨਸ ਹੋਏਗਾ ਕੈਸ਼ 'ਚ ਜਾਏਗਾ ਜਿਵੇਂ ਦੋ ਐਗਜ਼ਾਮਪਲਾਂ ਹੋ ਗਈਆਂ ਅਮਾਊਂਟ ਡਿਪੋਜ਼ਿਟ ਇਨ ਦਾ ਬੈਂਕ ਡਿਪੋਜ਼ਿਟ ਕੀਤਾ ਬੈਂਕ ਵਿੱਚ ਅਮਾਊਂਟ ਤਾਂ ਬੈਂਕ ਅਕਾਊਂਟ ਨੂੰ ਡੈਬਿਟ ਕੀਤਾ ਸਾਡੇ ਕੋਲ ਬੈਂਕ 'ਚ ਪੈਸਾ ਆਇਆ ਸਾਡੇ ਹੱਥੋਂ ਕੀ ਗਿਆ ਕੈਸ਼ ਗਿਆ ਟੂ ਕੈਸ਼ ਅਕਾਊਂਟ ਦੂਜੀ ਐਂਟਰੀ ਅਮਾਊਂਟ ਵਿਡਰਾਨ ਫਰੋਮ ਬੈਂਕ ਫॉर ਆਫਿਸ ਯੂਜ਼ ਕੈਸ਼ ਆਇਆ ਕੈਸ਼ ਅਕਾਊਂਟ ਡੈਬਿਟ ਕਿੱਥੋਂ ਆਇਆ ਬੈਂਕ 'ਚੋਂ ਆਇਆ ਟੂ ਬੈਂਕ ਅਕਾਊਂਟ ਠੀਕ ਹੈ ਫਰੈਂਡਸ ਤਾਂ ਆਪਾਂ ਹੋਰ ਇੱਕ ਵਾਰੀ ਦੇਖ ਲੈਂਦੇ ਹਾਂ ਐਗਜ਼ਾਮਪਲ ਸਪੋਜ਼ ਕਰੋ ਜੈਨ 8 ਦੀ ਐਗਜ਼ਾਮਪਲ ਚੱਕੋ ਧਿਆਨ ਨਾਲ ਦੇਖੋ ਟੂ ਕੈਸ਼ ਅਕਾਊਂਟ ਦੀ ਗੱਲ ਕਰ ਰਿਹਾ ਉਹ ਟੂ ਕੈਸ਼ ਅਕਾਊਂਟ 31,000 ਮਤਲਬ ਇਸ ਦਾ ਮਤਲਬ ਇਹ ਹੋਇਆ ਨਾ ਕਿ ਜਿਹੜਾ ਆਪਾਂ ਨੇ ਬੈਂਕ ਵਿੱਚ ਪੈਸੇ ਪਾਏ ਨੇ ਆਪਾਂ ਨੇ ਟੂ ਕੈਸ਼ ਤਾਂ ਹੀ ਕ੍ਰੈਡਿਟ ਹੋ ਰਿਹਾ ਕਿਉਂਕਿ ਆਪਣੇ ਪੈਸੇ ਪਾਏ ਨੇ ਬੈਂਕ ਵਿੱਚ ਉਹ ਸਿਫਟ ਸਾਈਡ ਹੈ ਮੰਨਿਆ ਕਿ ਕੈਸ਼ 'ਚੋਂ ਪੈਸਾ ਗਿਆ ਮਗਰ ਉਹ ਪੇਮੈਂਟ ਸਾਈਡ ਆਏਗਾ ਉਸ ਤੋਂ ਪਹਿਲੇ ਆਪਾਂ ਨੇ ਇਹ ਦੇਖਣਾ ਕਿ ਬੈਂਕ 'ਚ ਪੈਸਾ ਆਇਆ ਨਾ ਸਿਫਟ ਸਾਈਡ ਤਾਂ 31,000 ਬਟ ਕੈਸ਼ 'ਚੋਂ ਤਾਂ ਗਿਆ ਤਾਂ ਜੈਨ 8 ਦਾ ਦੇਖੋ ਬਾਏ ਬੈਂਕ ਸੀ ਪਾਇਆ ਹੋਇਆ 31,000 ਕੈਸ਼ 'ਚੋਂ ਗਿਆ ਆ ਪੈਸਾ ਹੋਰ ਉਹਦੀ ਚਲਾ ਗਿਆ ਇਹਨੂੰ ਕਹਿੰਦੇ ਨੇ ਕਾਊਂਟਰ ਐਂਟਰੀ ਜਿਸ ਦਾ ਦੋਨੋਂ ਪਾਸੇ ਟ੍ਰਾਂਜੈਕਸ਼ਨਸ ਹੋਵੇ ਇੱਕ ਪਾਸੋਂ ਪੈਸਾ ਜਾਵੇ ਇੱਕ ਪਾਸੋਂ ਪੈਸਾ ਆਵੇ ਤਾਂ ਇਸ ਨੂੰ ਕਹਿੰਦੇ ਆ ਕਿ ਕੈਸ਼ ਬੁੱਕ ਸਾਲ ਦੇ ਅੰਤ ਵਿੱਚ ਉਹੀ ਜਿੰਨੀ ਅਮਾਊਂਟ ਹੋਏਗੀ ਤੁਹਾਨੂੰ ਪਤਾ ਹੀ ਕੈਸ਼ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ ਬੈਂਕ ਦਾ ਕ੍ਰੈਡਿਟ ਬੈਲੈਂਸ ਹੋ ਸਕਦਾ ਓਵਰਡਰਾਫਟ ਦਾ ਹੋ ਸਕਦਾ ਵੈਸੇ ਉਹ ਬੈਂਕ ਦਾ ਬੈਲੈਂਸ ਜ਼ਿਆਦਾਤਰ ਡੈਬਿਟ ਦਾ ਹੀ ਹੁੰਦਾ ਮਤਲਬ ਠੀਕ ਹੈ ਤਾਂ ਇਹ ਆਪਾਂ ਟੋਟਲ ਕਰ ਲਿਆ ਦੋਨਾਂ ਦਾ ਤਾਂ ਇਹਨਾਂ ਦੋਨਾਂ ਟੋਟਲ ਉਹਦੇ ਸਾਹਮਣੇ ਜੇ ਸਪੋਜ਼ ਕਰੋ ਇਹ ਅਮਾਊਂਟ ਜ਼ਿਆਦਾ ਇਹ ਘੱਟ ਹੈ ਮਤਲਬ ਉਹਦੇ ਸਾਹਮਣੇ ਫਿਰ ਇਹਦਾ ਇਵੇਂ ਸੇਮ ਟੋਟਲ ਤਾਂ ਇਸ 'ਚੋਂ ਇਹ ਮਾਈਨਸ ਕਰਾਂਗੇ ਇਹਦਾ ਕੈਰੀ ਡਾਊਨ ਆ ਜਾਏਗਾ ਕੈਸ਼ ਦਾ ਕੈਸ਼ 'ਚੋਂ ਮਾਈਨਸ ਕਰਕੇ ਕੈਰੀ ਡਾਊਨ ਆ ਜਾਏਗਾ ਬੈਲੈਂਸ ਤੇ ਸਾਰੀ ਟੋਟਲ 'ਚੋਂ ਇਸ ਦਾ ਸਾਰੀ ਟੋਟਲ 'ਚੋਂ ਮਾਈਨਸ ਕਰਕੇ ਜਿੰਨੀ ਟ੍ਰਾਂਜੈਕਸ਼ਨ ਹੋਈ ਹੈ ਪੇਮੈਂਟ ਦੀ ਰਿਸਿਪਟਸ ਆਫ ਦੀ ਬੈਂਕ ਮਾਈਨਸ ਪੇਮੈਂਟਸ ਆਫ ਦੀ ਬੈਂਕ ਮਾਈਨਸ ਕਰਕੇ ਜਿੰਨਾ ਕੈਰੀ ਡਾਊਨ ਆਇਆ ਬਕਾਇਆ ਬਚ ਗਿਆ ਜਿੰਨਾ ਬਕਾਇਆ ਬਚ ਗਿਆ ਦੋਨਾਂ ਦਾ ਉਹ ਅਗਲੇ ਮਹੀਨੇ ਲਈ ਟ੍ਰਾਂਸਫਰ ਹੋ ਜਾਏਗਾ 1 ਫੈਬ ਨੂੰ ਬਾਈ ਬੈਲੈਂਸ ਬਰੋਟ ਡਾਊਨ ਠੀਕ ਹੈ ਫਰੈਂਡਸ ਉਹਨੂੰ ਕਹਿੰਦੇ ਨੇ ਡਬਲ ਕੋਲਮ ਕੈਸ਼ ਬੁੱਕ ਜਿਸ 'ਚ ਕੈਸ਼ ਬੈਂਕ ਦੋਨੋਂ ਹੋਣ ਤੇ 'ਚ ਕਾਊਂਟਰ ਐਂਟਰੀ ਵੀ ਹੁੰਦੀ ਹੈ ਕਾਊਂਟਰ ਐਂਟਰੀ ਤਾਂ ਹੀ ਹੁੰਦੀ ਹੈ ਜਦੋਂ ਡਬਲ ਕੋਲਮ ਕੈਸ਼ ਬੁੱਕ ਹੁੰਦੀ ਸਿੰਗਲ ਕੋਲਮ 'ਚ ਨਹੀਂ ਹੋ ਸਕਦੀ ਸਿੰਗਲ ਕੋਲਮ 'ਚ ਇਕੱਲਾ ਕੈਸ਼ ਬੁੱਕ ਹੀ ਹੁੰਦਾ ਕੈਸ਼ ਦੀ ਟ੍ਰਾਂਜੈਕਸ਼ਨਸ ਹੁੰਦੀਆਂ ਬੈਂਕ ਨਾਲ ਦਾ ਕੋਈ ਰਿਲੇਸ਼ਨ ਨਹੀਂ ਹੁੰਦਾ ਠੀਕ ਹੈ ਫਰੈਂਡਸ ਇਹ ਸਾਰੀ ਡੈਫੀਨੇਸ਼ਨ ਤੁਹਾਨੂੰ ਸਮਝਾਈਏ ਜੋ ਤੁਹਾਨੂੰ ਹੁਣ ਦਾ ਪੜ੍ਹਾਇਆ ਨਾ ਉਹਦਾ ਬਾਰੇ ਰਿਸਿਪਟ ਤੇ ਪੇਮੈਂਟਸ ਬਾਰੇ ਕਾਊਂਟਰ ਐਂਟਰੀ ਬਾਰੇ ਉਹ ਸਾਰਾ ਉਰੇ ਮੈंने ਡੈਫੀਨੇਸ਼ਨ ਪੂਰੀ ਦੱਸ ਦਿੱਤੀ ਹੈ ਹੁਣ ਗੱਲ ਕਰਦੇ ਹਾਂ ਟ੍ਰਿਪਲ ਕੋਲਮ ਕੈਸ਼ ਬੁੱਕ ਦੀ ਟ੍ਰਿਪਲ ਕੋਲਮ ਕੈਸ਼ ਬੁੱਕ ਕਿਹਨੂੰ ਕਹਿੰਦੇ ਆ ਟ੍ਰਿਪਲ ਕੋਲਮ ਕੈਸ਼ ਬੁੱਕ ਕਹਿੰਦੇ ਆ ਜਿਸ ਵਿੱਚ ਡਿਸਕਾਊਂਟ ਦੀ ਵੀ ਗੱਲ ਆ ਜਾਏ ਕੈਸ਼ ਡਿਸਕਾਊਂਟ ਮਿਲ ਰਿਹਾ ਉਸ ਦੀ ਵੀ ਗੱਲ ਆ ਜਾਏ ਟ੍ਰੇਡ ਡਿਸਕਾਊਂਟ ਨਹੀਂ ਟ੍ਰੇਡ ਡਿਸਕਾਊਂਟ ਇਜ਼ ਨੋਟ ਸ਼ੋਨ ਇਨ ਕੈਸ਼ ਬੁੱਕ ਉਹ ਵੈਸੇ ਵੀ ਉਸਦਾ ਮਤਲਬ ਬਿੱਲ ਵਿੱਚ ਸ਼ੋ ਨਹੀਂ ਕਰਦੇ ਕਿਉਂਕਿ ਉਹ ਪਹਿਲੀ ਉਹ ਅਮਾਊਂਟ 'ਚ ਡਿਡਕਟ ਹੋ ਜਾਂਦਾ ਟ੍ਰੇਡ ਡਿਸਕਾਊਂਟ ਕੈਸ਼ ਤਾਂ ਆਪਾਂ ਸ਼ੋ ਕਰਦੇ ਹਾਂ ਕਿ ਇਹ ਇਕੱਲਾ ਸਿੰਗਲ ਐਸਾ ਟਰਮ ਹੈ ਜਿਹਦੇ ਵਿੱਚ ਆਪਾਂ ਸਿਰਫ ਇਕੱਲਾ ਟੋਟਲ ਕਰਦੇ ਹਾਂ ਇਹਦਾ ਕੋਈ ਬਕਾਇਆ CD ਕੈਰੀ ਡਾਊਨ ਜਾਂ ਬਰੋ ਡਾਊਨ ਨਹੀਂ ਕਰਦੇ ਇਹਦਾ ਹਮੇਸ਼ਾ ਟੋਟਲ ਕਰਦੇ ਹਾਂ ਡਿਸਕਾਊਂਟ ਦਾ ਹਮੇਸ਼ਾ ਟੋਟਲ ਮਤਲਬ ਇਹਦਾ ਵੀ ਸੋਰੀ ਇੱਦਾਂ ਇੱਥੋਂ ਨਹੀਂ ਆਏਗਾ ਇਹ ਰਿਹਾ ਇਹਦਾ ਵੀ ਹਮੇਸ਼ਾ ਟੋਟਲ ਹੋਏਗਾ ਅਤੇ ਇਹਦਾ ਵੀ ਹਮੇਸ਼ਾ ਟੋਟਲ ਹੋਏਗਾ ਬਾਕੀਆਂ ਦਾ ਕੈਸ਼ ਕੈਰੀ ਡਾਊਨ ਕਰ ਰਹੇ ਹਾਂ ਇਸ ਦਾ ਵੀ ਕੈਰੀ ਡਾਊਨ ਕਰ ਰਿਹਾ ਬੈਂਕ ਦਾ ਵੀ ਕੈਰੀ ਡਾਊਨ ਕਰ ਰਿਹਾ ਇਸ ਦਾ ਤਾਂ ਉਹ ਅੱਗੇ ਬਰੋ ਡਾਊਨ 'ਚ ਚਲਾ ਜਾਂਦਾ ਡੈਬਿਟ ਬੈਲੈਂਸ ਬਣ ਜਾਂਦਾ ਠੀਕ ਹੈ ਫਰੈਂਡਸ ਪੈਟੀ ਕੈਸ਼ ਬੁੱਕ ਹੁੰਦਾ ਜਿਵੇਂ ਸਪੋਜ਼ ਕਰੋ ਰੋਜ਼ ਦਾ ਖਰਚਾ ਕਿੰਨਾ ਡੇ ਟੂ ਡੇ ਐਕਸਪੈਂਸ ਉਹਦੇ ਲਈ ਪੈਸਾ ਮਿਲਣਾ ਕੈਸ਼ ਇਨ ਹੈਂਡ ਉਹਨੂੰ ਕਹਿੰਦੇ ਨੇ ਕੈਸ਼ ਇਨ ਹੈਂਡ ਜੇ ਤੁਹਾਨੂੰ ਸਪੋਜ਼ ਕਰੋ ਮੈਨੇਜਰ ਹੋ ਤਾਂ ਤੁਹਾਨੂੰ ਡੇ ਟੂ ਡੇ ਐਕਸਪੈਂਸ ਲਈ ਪੈਸਾ ਚਾਹੀਦਾ ਤਾਂ ਤੁਹਾਡਾ ਓਨਰ ਤੁਹਾਨੂੰ ਇੰਨੇ ਪੈਸੇ ਦੇ ਦੇਗਾ ਤੁਹਾਡੇ ਅਕਾਊਂਟ 'ਚ ਪਾ ਦੇਗਾ ਇਹ ਤੁਹਾਡੇ ਪੈਟੀ ਕੈਸ਼ ਬੁੱਕ ਜੇ ਤੂੰ ਸਾਰੇ ਟ੍ਰਾਂਜੈਕਸ਼ਨਸ ਕਰੇਗਾ ਕੋਈ ਵੀ ਬਿੱਲ ਦਾ ਖਰਚਾ ਜਿਵੇਂ ਸਪੋਜ਼ ਕਰੋ ਉਹਦੇ ਕੈਸ਼ ਰਿਸੀਵਡ ਹੋਇਆ ਆਪਾਂ ਨੂੰ ਜਿੰਨੀ ਅਮਾਊਂਟ ਰਿਸੀਵਡ ਹੋਈ ਹੈ 2,000 ਰੁਪਏ ਰਿਸੀਵਡ ਹੋ ਗਿਆ ਤਾਂ ਇਹ ਤੁਸੀਂ ਪਰਫੋਰਮਾ ਦੇਖ ਲਓ ਇੱਕ ਵਾਰ ਇਹ ਅਮਾਊਂਟ ਰਿਸੀਵਡ ਹੋਈ ਜਿੰਨੀ ਅਮਾਊਂਟ ਰਿਸੀਵਡ ਹੋਈ ਤਾਂ ਡੇਟ ਪਰਟੀਕੂਲਰ ਵਾਊਚਰ ਨੰਬਰ ਅਮਾਊਂਟ ਪੇਡ ਅੱਗੇ ਡਿਟੇਲ 'ਚ ਪੋਸਟੇਜ 'ਤੇ ਕਿੰਨਾ ਲੱਗਿਆ ਟੈਲੀਗ੍ਰਾਫ 'ਤੇ ਕਿੰਨਾ ਲੱਗਿਆ ਕਨਵੇਇੰਸ 'ਤੇ ਲੱਗਿਆ ਸਟੇਸ਼ਨਰੀ 'ਤੇ ਲੱਗਿਆ ਮਿਸਸੈਲੇਨੀਅਸ ਐਕਸਪੈਂਸਿਸ ਤੁਸੀਂ ਤੁਹਾਨੂੰ ਨਾਮ 'ਤੇ ਸਮਝ ਆ ਰਿਹਾ ਕਿ ਜਿਹੜੇ ਡੇ ਟੂ ਡੇ ਬੇਸਿਸ 'ਚ ਹੁੰਦੇ ਐਕਸਪੈਂਸਿਸ ਉਹ ਸਾਰੇ ਐਕਸਪੈਂਸਿਸ ਆ ਜਾਣਗੀਆਂ ਸਾਲ ਦੇ ਅੰਤ ਵਿੱਚ ਜਿੰਨਾ ਬਕਾਇਆ ਬਚ ਜਾਏਗਾ ਉਹਨੂੰ ਕਹਿੰਦੇ ਨੇ ਕੈਸ਼ ਇਨ ਹੈਂਡ ਇਹਨੂੰ ਕਹਿੰਦੇ ਨੇ ਕੈਸ਼ ਇਨ ਹੈਂਡ ਉਹ ਬੈਲੈਂਸ ਸ਼ੀਟ ਇਹ ਬੈਲੈਂਸ ਸ਼ੀਟ ਅੱਛਾ ਬੈਲੈਂਸ ਨਹੀਂ ਬੈਲੈਂਸ ਸ਼ੀਟ ਹੈ ਬੈਲੈਂਸ ਸ਼ੀਟ ਵਿੱਚ ਐਸਟ ਸਾਈਡ ਦਿਖਾਈਦਾ ਕਰੰਟ ਐਸਟ ਵਿੱਚ 1 ਸਾਲ ਦੀ ਪੂਰੀ ਗੱਲ ਹੋ ਰਹੀ ਹੈ ਨਾ ਕਰੰਟ ਐਸਟ ਦਿਖਾਈਦਾ
ਇਸ ਨੂੰ ਕਿਹੜਾ ਸਿਸਟਮ ਕਹਿੰਦੇ ਨੇ? ਇੰਪ੍ਰੈਸ ਸਿਸਟਮ ਕਹਿੰਦੇ ਨੇ। ਇੰਪ੍ਰੈਸ ਸਿਸਟਮ ਮਤਲਬ ਐਡਵਾਂਸ। ਠੀਕ ਹੈ ਫਰੈਂਡਸ। ਉਸ ਤੋਂ ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਪਰਚੇਸ ਬੁੱਕ ਦੀ। ਪਰਚੇਸ ਬੁੱਕ ਇਜ਼ ਦੈਟ ਬੁੱਕ ਇਨ ਵਿਚ ਵੀ ਰਿਕਾਰਡ ਆਲ ਦੀ ਟ੍ਰਾਂਜੈਕਸ਼ਨਸ, ਕ੍ਰੈਡਿਟ ਟ੍ਰਾਂਜੈਕਸ਼ਨਸ ਰਿਲੇਟਿਡ ਟੂ ਦਾ ਪਰਚੇਸ ਆਫ ਗੁਡਸ। ਮਤਲਬ ਤੁਹਾਨੂੰ ਉੱਪਰ ਸਮਝਾਇਆ ਸੀ ਪਰਚੇਜ ਦੀ ਜਿੰਨੀਆਂ ਟ੍ਰਾਂਜੈਕਸ਼ਨਸ ਹੈ ਬਿਨਾਂ ਕੈਸ਼ ਤੋਂ, ਕ੍ਰੈਡਿਟ ਤੇ ਉਧਾਰੀ ਤੇ, ਉਹ ਸਾਰੀਆਂ ਪਰਚੇਸ ਬੁੱਕ 'ਚ ਆ ਜਾਣਗੀਆਂ। ਠੀਕ ਹੈ ਫਰੈਂਡਸ। ਉਹਦਾ ਆਪਾਂ ਕਾਲਮ ਦੇਖ ਲੈਂਦੇ ਹਾਂ। ਕਾਲਮ ਕੀ ਹੈ? ਡੇਟ, ਪਾਰਟੀਕੂਲਰ, ਪਰਚੇਸ ਇਨਵਾਇਸ ਨੰਬਰ, ਲੈਜਰ ਫੋਲੀਓ, ਡਿਟੇਲਸ, ਟੋਟਲ ਕਰੰਸੀ। ਡਿਟੇਲਸ ਤੋਂ ਬਾਅਦ ਨਾ ਵੈਸੇ ਬਿੱਲ 'ਚ ਦੇਖਿਓ ਤੁਸੀਂ ਹਮੇਸ਼ਾ SGST, ਮਤਲਬ SCST ਮਤਲਬ ਸਟੇਟ ਗੁਡਸ ਐਂਡ ਸਰਵਿਸ ਟੈਕਸ, ਸੈਂਟਰਲ ਗੁਡਸ ਸਰਵਿਸ ਟੈਕਸ ਅਤੇ ਇੰਟਰ ਗੁਡਸ ਐਂਡ ਸਰਵਿਸ ਟੈਕਸ ਉਹ ਲੱਗਦਾ ਹੁੰਦਾ ਹਮੇਸ਼ਾ। ਠੀਕ ਹੈ। ਫਿਰ ਜਦੋਂ ਇਹ ਲੱਗ ਕੇ ਫਿਰ ਟੋਟਲ ਬਣ ਕੇ ਫਿਰ ਟੋਟਲ ਕਰੰਸੀ ਬਣਦੀ ਹੁੰਦੀ ਹੈ। ਵੈਸੇ ਤੁਸੀਂ ਸ਼ੋਰ ਨਹੀਂ ਹੈ, ਮੈਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਗੇ ਤੁਹਾਨੂੰ ਮੈਂ SGST ਵੀ ਦੱਸਾਂਗਾ, CGST ਵੀ ਦੱਸਾਂਗਾ ਕੀ ਹੁੰਦਾ। ਠੀਕ ਹੈ ਫਰੈਂਡਸ। ਇਹ ਇੱਕ ਤਰ੍ਹਾਂ ਪਰਫੋਰਮ ਹੈ, ਤੁਸੀਂ ਦੇਖ ਲਓ। ਮੈਂ ਪਰਚੇਸ ਬੁੱਕ 'ਚ ਕ੍ਰੈਡਿਟ ਸਾਈਡ ਆਉਣੀ ਚਾਹੀਦੀ, ਇਹ ਉਸ ਪਾਰਟੀ ਦਾ ਨਾਮ, ਇਸ ਪਾਰਟੀ ਦਾ ਨਾਮ, ਇੰਨਾ ਇਨਵਾਇਸ ਨੰਬਰ ਹੈ, ਇੰਨੀ ਉਹਦੀ ਡਿਟੇਲ ਹੈ, ਅਤੇ ਟੋਟਲ 3,000 1,000 ਟੋਟਲ 4,000 ਹੋ ਗਿਆ। ਉਸ ਤੋਂ ਆਪਾਂ ਸੇਲ ਬੁੱਕ ਦੇਖ ਲੈਂਦੇ। ਸੇਲ ਬੁੱਕ ਵੀ ਸੇਮ ਹੈ। ਠੀਕ ਹੈ। ਇਸ 'ਤੇ ਇਨਪੁਟ GST ਲੱਗਦਾ, CGST, SGST। ਇਸ ਵਿੱਚ ਆਊਟਪੁੱਟ ਲੱਗੇਗਾ ਸੇਲ ਬੁੱਕ ਵਿੱਚ। ਠੀਕ ਹੈ ਫਰੈਂਡਸ। ਜਿਸ ਆਊਟਪੁੱਟ ਲੱਗੇਗਾ ਤਾਂ ਆਪਾਂ ਇਹ ਵੀ ਦੇਖ ਲੈਂਦੇ ਹਾਂ। ਇਹ ਵੀ ਡੇਟ ਪਏਗਾ, ਪਾਰਟੀਕੂਲਰ ਪਏਗਾ, ਲੈਜਰ ਫੋਲੀਓ ਪਏਗਾ, ਇਨਵਾਇਸ ਨੰਬਰ ਪਏਗਾ, ਇਹ ਸਾਰੀ ਡਿਟੇਲਸ ਪੈਣਗੀਆਂ। ਠੀਕ ਹੈ ਫਰੈਂਡਸ। ਤਾਂ ਇੱਕ ਹੋਰ ਚੀਜ਼ ਦਾ ਧਿਆਨ ਰੱਖਿਓ, ਜਿਹੜਾ ਪਰਚੇਸ ਬੁੱਕ ਦੀ ਅੱਗੋਂ ਆਪਾਂ ਗੱਲ ਕਰਾਂਗੇ ਹੁਣ, ਮਤਲਬ ਉਹ ਆ ਹੀ ਗਿਆ ਹੁਣ, ਪਰਚੇਸ ਰਿਟਰਨ ਆ ਗਿਆ। ਪਰਚੇਸ ਰਿਟਰਨ ਕੁਛ ਮਾਲ ਐਸੇ ਤਾਂ ਹੋ ਸਕਦਾ ਜੋ ਤੁਹਾਨੂੰ ਕੋਈ ਡਿਫੈਕਟ ਲੱਗੇ, ਤੁਹਾਨੂੰ ਪਰਚੇਸ ਕੀਤਾ, ਮੈਂ ਤੁਹਾਨੂੰ ਵਾਪਸ ਕਰਨਾ ਪੈਸਾ, ਮਤਲਬ ਕਿ ਤੁਹਾਡੇ ਕੋਲ ਪੈਸੇ ਵਾਪਸ ਆਉਣਗੇ ਉਸਦੇ, ਭਾਵੇਂ ਹਲੇ ਕ੍ਰੈਡਿਟ ਰਿਟਰਨ ਮੈਂ ਮਾਲ ਹੀ ਤੁਹਾਨੂੰ ਵਾਪਸ ਕਰਨਾ ਹੈ। ਤਾਂ ਤੁਹਾਨੂੰ ਮਾਲ ਵਾਪਸ ਕਰਨਾ, ਉਸ ਨੂੰ ਕੀ ਕਹਾਂਗੇ? ਪਰਚੇਸ ਰਿਟਰਨ ਜਾਂ ਰਿਟਰਨ ਆਊਟਵਰਡ। ਰਿਟਰਨ ਆਊਟਵਰਡ ਇਹ ਨਾ ਕਨਫਿਊਜ਼ ਹੋ ਜਾਂਦੇ ਬੱਚੇ, ਰਿਟਰਨ ਇਨਵਰਡ ਅਤੇ ਆਊਟਵਰਡ 'ਚ। ਰਿਟਰਨ ਆਊਟਵਰਡ ਹਮੇਸ਼ਾ ਪਰਚੇਸ ਰਿਟਰਨ ਹੁੰਦਾ। ਇਹ MCQ ਕੁਛ ਪੁੱਛ ਲਿਆ ਜਾਂਦਾ ਕਈ ਵਾਰੀ। ਤਾਂ ਆਪਾਂ ਪਰਚੇਸ ਰਿਟਰਨ ਬੁੱਕ ਦੀ ਵੀ ਇੱਕ ਵਾਰੀ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਪਰਚੇਸ ਰਿਟਰਨ ਬੁੱਕ ਇਜ਼ ਦੈਟ ਬੁੱਕ ਇਨ ਵਿਚ ਵੀ ਰਿਕਾਰਡ ਦੀ ਗੁਡਸ ਰਿਟਰਨ ਟੂ ਸਪਲਾਇਰ ਔਰ ਦੀ ਵੈਂਡਰ। ਇਟ ਇਜ਼ ਕਾਲਡ ਆ ਰਿਟਰਨ ਆਊਟਵਰਡ ਬੁੱਕ। ਪਰਚੇਸ ਰਿਟਰਨ ਜਰਨਲ ਜਾਂ ਪਰਚੇਸ ਰਿਟਰਨ ਦੇ ਬੁੱਕ। ਸਮਝ ਗਏ ਤੁਸੀਂ? ਇਸੇ ਤਰ੍ਹਾਂ ਸੇਲ ਹੁੰਦੀ ਹੈ। ਜਿਵੇਂ ਆਪਾਂ ਕੋਈ ਸੇਲ ਕਰਦੇ ਹਾਂ, ਸਾਡੇ ਕੋਲ ਪੈਸਾ ਵਾਪਸ ਆ ਜਾਂਦਾ, ਤਾਂ ਉਸਦੀ ਵੀ ਬੁੱਕ ਹੁੰਦੀ ਹੈ। ਤਾਂ ਦੋਨਾਂ ਵਿੱਚ ਜਦੋਂ ਆਪਾਂ ਸੇਲ ਰਿਟਰਨ ਦੀ ਗੱਲ ਕਰ ਰਹੇ ਹਾਂ, ਵਾਪਸ ਆ ਜਾਂਦੇ ਪੈਸੇ, ਤਾਂ ਉਹ ਸੇਲ ਰਿਟਰਨ ਕਹਾਂਗੇ। ਤਾਂ ਸੇਲ ਰਿਟਰਨ ਇਨਵਰਡ, ਇੱਥੇ ਅਸੀਂ ਧਿਆਨ ਰੱਖੋ, ਰਿਟਰਨ ਇਨਵਰਡ ਆਏਗਾ, ਉਰੇ ਰਿਟਰਨ ਆਊਟਵਰਡ ਬੁੱਕ ਆਏਗਾ। ਠੀਕ ਹੈ ਫਰੈਂਡਸ। ਤਾਂ ਉਸਦਾ ਤੁਹਾਨੂੰ ਇੱਕ ਵਾਰੀ ਪਰਫੋਰਮੈਂਸ ਦੱਸ ਦੇਣਾ, ਸੇਮ ਹੀ ਹੈ, ਬਸ ਉਸ 'ਚ ਇੱਕ ਫਰਕ ਆ ਜਾਏਗਾ। ਆ ਦੇਖੋ, ਮੈਂ ਤੁਹਾਨੂੰ ਇਵੇਂ ਦੱਸ ਦਿੰਦਾ। ਤਾਂ ਉਰੇ ਜਿਹੜਾ ਇਨਵਾਇਸ ਨੰਬਰ ਹੈ, ਇਨਵਾਇਸ ਨੰਬਰ ਦੀ ਜਗ੍ਹਾ ਜੋ ਪਰਚੇਸ ਦੀ ਗੱਲ ਕਰਾਂਗੇ, ਤਾਂ ਉਰੇ ਇਨਵਾਇਸ ਦੀ ਜਗ੍ਹਾ ਨਾ ਡੈਬਿਟ ਨੋਟ ਆ ਜਾਏਗਾ। ਉਹ ਤੁਹਾਨੂੰ ਅੱਗੇ ਪੜ੍ਹਾਉਣਾ ਮੈਂ। ਤੁਸੀਂ ਇਹ ਸਮਝੋ, ਉਰੇ ਡੈਬਿਟ ਨੋਟ ਆ ਜਾਏਗਾ ਜਦੋਂ ਪਰਚੇਸ ਦੀ ਗੱਲ ਕਰਾਂਗੇ, ਪਰਚੇਸ ਰਿਟਰਨ ਦੀ। ਜਦੋਂ ਸੇਲ ਰਿਟਰਨ ਦੀ ਗੱਲ ਕਰਾਂਗੇ ਤਾਂ ਉਰੇ ਕ੍ਰੈਡਿਟ ਨੋਟ ਆ ਜਾਏਗਾ। ਉਹ ਤੁਹਾਨੂੰ ਸਮਝਾਉਣਾ, ਕ੍ਰੈਡਿਟ ਨੋਟ। ਠੀਕ ਹੈ ਫਰੈਂਡਸ। ਅੱਗੇ ਦੇਖੋ, ਡੈਬਿਟ ਨੋਟ ਦੀ ਗੱਲ ਆ ਗਈ। ਡੈਬਿਟ ਨੋਟ ਔਰ ਡੈਬਿਟ ਮੈਮੋਰੈਂਡਮ ਵੈਨ ਦਾ ਗੁਡਸ ਆਰ ਰਿਟਰਨ ਟੂ ਦ ਸਪਲਾਇਰ। ਆਪਾਂ ਨੇ ਗੁਡਸ ਰਿਟਰਨ ਕਰਤੇ ਸਪਲਾਇਰ ਨੂੰ। ਆ ਡੈਬਿਟ ਨੋਟ ਇਜ਼ ਰਿਕੁਆਇਰਡ ਹੈ ਟੂ ਸੈਂਡ ਟੂ ਡੈਮ। ਇਟ ਇਜ਼ ਅ ਕਮਰਸ਼ੀਅਲ ਡਾਕੂਮੈਂਟ ਇਸ਼ੂਡ ਬਾਏ ਅ ਬਾਇਰ ਟੂ ਸੈਲਰ। ਬਾਇਰ ਨੇ ਪਹਿਲਾਂ ਪਰਚੇਸ ਕੀਤਾ, ਸਾਨੇ ਮਾਲ ਪਰਚੇਸ ਕੀਤਾ ਸੈਲਰ ਤੋਂ, ਸੈਲਰ ਨੂੰ ਅਸੀਂ ਮਾਲ ਵਾਪਸ ਭੇਜ ਰਹੇ ਹਾਂ, ਤਾਂ ਆਪਾਂ ਉਸ ਨੂੰ ਇੱਕ ਡੈਬਿਟ ਨੋਟ ਭੇਜਾਂਗੇ, ਜਿਸ ਵਿੱਚ ਇਹ ਸਾਰੀ ਮਤਲਬ ਇੱਕ ਤਰ੍ਹਾਂ ਦਾ ਇੱਕ ਡਾਕੂਮੈਂਟ ਹੋਏਗਾ, ਜਿਸ ਵਿੱਚ ਸਾਰੀ ਆਪਣਾ ਟ੍ਰਾਂਜੈਕਸ਼ਨ ਦਾ ਕਿੰਨਾ ਮਾਲ ਅਸੀਂ ਵਾਪਸ ਕੀਤਾ, ਤਾਂ ਕਿ ਉਸ ਜਿਹੜੀ ਟੋਟਲ ਪਰਚੇਸ ਉਨੀ ਪਰਚੇਸ ਰਿਟਰਨ ਮਾਈਨਸ ਕਰ ਲਵੇ। ਤਾਂ ਠੀਕ ਹੈ ਫਰੈਂਡਸ, ਉਹਨੂੰ ਕਹਾਂਗੇ ਡੈਬਿਟ ਨੋਟ। ਫਿਲਹਾਲ ਤੁਸੀਂ ਉਰੇ ਤੱਕ ਪੜ੍ਹੋ, ਨਾਲ ਹੀ ਤੁਹਾਨੂੰ ਮੈਂ ਦੂਜਾ ਸਮਝਾਉਣਾ, ਕ੍ਰੈਡਿਟ ਨੋਟ। ਕ੍ਰੈਡਿਟ ਨੋਟ ਕੀ ਹੋਏਗਾ? ਇੱਕੋ ਹੀ ਆਪਾਂ ਐਗਜ਼ਾਮਪਲ ਲੈ ਰਹੇ ਹਾਂ। ਹੁਣ ਸੇਲ ਵਾਲਾ ਕੀ ਕਰੇਗਾ? ਜਿਹੜਾ ਸੈਲਰ ਹੋਏਗਾ ਕੀ ਕਰੇਗਾ? ਉਸ ਕੋਲ ਮਾਲ ਵਾਪਸ ਆ ਗਿਆ, ਸੇਲ ਰਿਟਰਨ ਹੋ ਗਿਆ, ਉਸ ਕੋਲ ਮਾਲ ਵਾਪਸ ਆ ਗਿਆ ਨਾ, ਤਾਂ ਉਹ ਕੀ ਕਰੇਗਾ? ਉਹ ਕ੍ਰੈਡਿਟ ਨੋਟ ਇਸ਼ੂ ਕਰ ਦੇਗਾ। ਮਤਲਬ ਕਿ ਕ੍ਰੈਡਿਟ ਨੋਟ ਇਸ਼ੂ ਕਰ ਦੇਗਾ ਬਾਇਰ ਨੂੰ। ਉਰੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਕ੍ਰੈਡਿਟ ਨੋਟ ਇਸ਼ੂ ਕਰ ਦੇਗਾ ਬਾਇਰ ਨੂੰ। ਕ੍ਰੈਡਿਟ ਨੋਟ ਕੀ ਹੈ? ਇਨ ਅਦਰ ਵਰਡਸ, ਕ੍ਰੈਡਿਟ ਨੋਟ ਇਜ਼ ਦ ਐਵੀਡੈਂਸ ਆਫ ਦੀ ਰਿਡਕਸ਼ਨ ਇਨ ਸੇਲ। ਕਿੰਨੀ ਸੇਲ 'ਚ ਰਿਡਕਸ਼ਨ ਹੋਈ ਹੈ, ਉਹੀ ਸੇਮ ਜਿਵੇਂ ਡੈਬਿਟ ਨੋਟ, ਜਿਵੇਂ ਪਰਚੇਸ 'ਚ ਕਿੰਨੀ ਰਿਡਕਸ਼ਨ ਹੋਈ ਹੈ, ਤਾਂ ਕ੍ਰੈਡਿਟ ਨੋਟ ਸੇਲ 'ਚ ਕਿੰਨੀ ਰਿਡਕਸ਼ਨ ਹੋਈ। ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਬਿੱਲ ਰਿਸੀਵੇਬਲ। ਬਿੱਲ ਰਿਸੀਵੇਬਲ ਕੀ ਹੁੰਦਾ ਅਤੇ ਬਿੱਲ ਪੇਏਬਲ ਕੀ ਹੁੰਦਾ, ਉਹ ਅੱਜ ਆਪਾਂ ਪੜ੍ਹਾਂਗੇ ਅੱਗੇ। ਇਹ ਵੀ ਇੱਕ ਸਬਸਿਡਰੀ ਬੁੱਕ ਦਾ ਪਾਰਟ ਹੈ। ਬਿੱਲ ਰਿਸੀਵੇਬਲ
is used to record all the bills received from debtors. When the bill received, details of recorded in bills receivable book. ਆਪਾਂ ਜਿੰਨੀਆਂ ਵੀ ਬਿਲਸ ਆ ਸਾਡੇ ਕੋਲ ਰਿਸੀਵ ਹੋ ਰਹੀਆਂ ਉਹ ਸਾਰੀਆਂ ਆਪਾਂ ਇਸ ਬਿਲ ਰਿਸੀਵ ਬੁੱਕ 'ਚ ਟ੍ਰਾਂਜੈਕਸ਼ਨਸ ਕਰਾਂਗੇ। ਠੀਕ ਹੈ ਫਰੈਂਡਸ, ਮਤਲਬ ਕਿ ਸਪੋਜ਼ ਕਰੋ ਆਪਾਂ ਨੇ ਡੈਟਰਸ ਤੋਂ ਆਪਾਂ ਪੈਸਾ ਰਿਸੀਵ ਹੋ ਰਿਹਾ, ਮਤਲਬ ਕਿ ਇੱਕ ਡੇਟ ਪਾਵਾਂਗੇ ਉਰੇ, ਪਾਰਟੀ ਦਾ ਨਾਮ ਪਾਵਾਂਗੇ ਅਤੇ ਉਰੇ ਟਰਮ ਪਾਵਾਂਗੇ। ਮਤਲਬ ਕਿ ਜਿਹੜਾ ਬਿੱਲ ਰਿਸੀਵੇਬਲ ਪੇਏਬਲ ਹੈ ਨਾ ਉਹ ਅੱਗੇ ਜਿਹੜਾ ਬਿਲਸ ਆਫ ਐਕਸਚੇਂਜ ਹੈ ਉਸਦਾ ਹੀ ਪਾਰਟ ਹੈ। ਉਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ, ਵੈਸੇ ਤੁਸੀਂ ਬੁੱਕ ਸਮਝ ਲਓ, ਇਸਦਾ ਇਹ ਪਰਫੋਰਮਾ ਹੁੰਦਾ। ਅਤੇ ਇਸ ਵਿੱਚ ਡਿਊ ਡੇਟ ਕਿਉਂ ਲਿਖੀ ਹੈ, ਕਿਉਂਕਿ ਇੱਕ ਫਿਕਸ ਟਰਮ ਜਾਂ ਡੇਟ ਡਿਸਾਈਡ ਕਰ ਦਿੱਤੀ ਜਾਂਦੀ ਹੈ ਕਿ ਜਦੋਂ ਆਪਾਂ ਉਧਾਰੀ 'ਤੇ ਖਰੀਦਦੇ ਹਾਂ, ਤੁਹਾਨੂੰ ਜੀ ਸਪੋਜ਼ ਕਰੋ ਕਿਸੇ ਬੰਦੇ 'ਤੇ ਸ਼ੱਕ ਹੈ ਕਿ ਇਹ ਪਤਾ ਨਹੀਂ ਪੈਸੇ ਦੇਗਾ ਨਹੀਂ, ਉਸ ਨਾਮ 'ਤੇ ਅਸੀਂ ਬਿੱਲ ਇਸ਼ੂ ਕਰ ਦਿੰਦੇ ਹਾਂ। ਠੀਕ ਹੈ, ਜਦੋਂ ਆਪਾਂ ਸੇਲ ਕਰਦੇ ਹਾਂ ਤਾਂ ਸਾਨੂੰ ਉਸ ਵਾਲਾ ਬਿੱਲ ਰਿਸੀਵ ਹੋਏਗਾ ਸਾਡੇ ਕੋਲੋਂ। ਠੀਕ ਹੈ, ਉਹ ਰਿਸੀਵ ਸਾਨੂੰ ਮਿਲੇਗਾ, ਅਸੀਂ ਕਨਫਰਮ ਕਰਾਂਗੇ ਇਸ ਡਿਊ ਡੇਟ 'ਤੇ ਉਹ ਪੈਸਾ ਦੇਗਾ ਸਾਨੂੰ। ਮਤਲਬ ਇੱਕ ਡਿਊ ਡੇਟ, ਜਿਵੇਂ ਸਪੋਜ਼ ਕਰੋ ਅੱਜ ਕਿੰਨੀ ਹੈ, 30 ਜਨ ਹੈ, 30 ਜਨ, ਤਾਂ ਉਹ 3 ਮਹੀਨੇ ਬਾਅਦ ਜਨ, ਫੈਬ, ਮਾਰਚ, ਅਪ੍ਰੈਲ ਨੂੰ ਉਹ ਪੈਸੇ ਇੰਨੀ ਅਮਾਊਂਟ ਨੂੰ ਪੈਸੇ ਦੇ ਦੇਗਾ, ਉਹਨੂੰ ਕਹਿੰਦੇ ਡਿਊ ਡੇਟ। ਠੀਕ ਹੈ ਫਰੈਂਡਸ, ਬਿੱਲ ਪੇਏਬਲ ਇਸ ਦਾ ਉਲਟਾ ਹੋ ਜਾਏਗਾ ਕਿ ਅਸੀਂ ਪੇ ਕਰਨੇ ਆ ਕਿਸੇ ਨੂੰ, ਤਾਂ ਇੱਕ ਡਿਊ ਡੇਟ ਨੂੰ ਅਸੀਂ ਪੇ ਕਰਾਂਗੇ, ਜਿਵੇਂ ਉਹ ਲਿਖਿਆ ਹੀ ਹੋਇਆ ਦੇਖੋ ਜੁਲਾਈ 20, 3 ਮੰਥਸ ਅਤੇ ਇੰਨੇ ਨੂੰ ਅਸੀਂ ਅਮਾਊਂਟ ਪੇ ਕਰਤੀ, ਬਿੱਲ ਪੇਏਬਲ ਅਸੀਂ ਪੇ ਕਰਨਾ ਹਾਲੇ। ਠੀਕ ਹੈ ਫਰੈਂਡਸ, ਬਿੱਲ ਰਿਸੀਵੇਬਲ ਅਸੀਂ ਬਿੱਲ ਰਿਸੀਵ ਕਰਨਾ ਹਾਲੇ, ਮਤਲਬ ਕਿ ਇੰਨੀ ਅਮਾਊਂਟ ਅਸੀਂ ਰਿਸੀਵ ਕਰਨੀ ਹੈ। ਬਿੱਲ ਪੇਏਬਲ, ਬਿੱਲ ਰਿਸੀਵੇਬਲ, ਉਹ ਅੱਗੇ ਤੁਹਾਨੂੰ ਬਿੱਲ ਆਫ ਐਕਸਚੇਂਜ ਸਮਝਾਵਾਂਗਾ ਤੁਹਾਨੂੰ ਮੈਂ। ਠੀਕ ਹੈ ਫਰੈਂਡਸ, ਅੱਗੇ ਆਪਾਂ ਕੁਝ MCQs ਕਰਾਂਗੇ ਅੱਜ, ਉਹੀ ਹਰੇਕ ਲੈਕਚਰ ਵਾਂਗ। ਠੀਕ ਹੈ ਫਰੈਂਡਸ, ਤਾਂ ਪਰਚੇਸ ਬੁੱਕਸ ਰਿਕਾਰਡ ਕੀ ਰਿਕਾਰਡ ਕਰੇਗਾ ਉਹ, ਔਰ ਕੈਸ਼ ਪਰਚੇਸਿਸ, ਉਰੇ AIL ਨਹੀਂ ਆਏਗਾ, ਉਹ ALL ਆਏਗਾ, ਉਰੇ ALL ਆਏਗਾ। ਠੀਕ ਹੈ ਫਰੈਂਡਸ, ਔਰ ਕ੍ਰੈਡਿਟ ਪਰਚੇਸਿਸ ਉਹ ਗੁਡਸ ਇਨ ਟ੍ਰੇਡ, ਨਨ ਆਫ ਦੀ ਅਬਵ। ਸੋਚੋ ਤੁਸੀਂ ਉਰੇ ਕਨਫਿਊਜ਼ ਹੋ ਸਕਦੇ ਹੋ, ਉਰੇ ਆਏਗਾ ਕ੍ਰੈਡਿਟ ਪਰਚੇਸ ਆਫ ਗੁਡਸ ਇਨ ਟ੍ਰੇਡ। ਤੁਹਾਨੂੰ ਮੈਂ ਸਮਝਾ ਕੇ ਹਟਿਆ ਸੀ ਉੱਪਰ ਕਿ ਗੁਡਸ ਵਾਲੀਆਂ ਪਰਚੇਸਿਸ ਹੋਣਗੀਆਂ, ਉਹੀ ਕ੍ਰੈਡਿਟ 'ਤੇ ਆਪਾਂ ਪਰਚੇਸ ਬੁੱਕ 'ਚ ਪਾਵਾਂਗੇ। ਠੀਕ ਹੈ ਫਰੈਂਡਸ, ਹੋਰ ਨਹੀਂ ਕੁਝ ਪਾ ਸਕਦੇ ਆਪਾਂ, ਸਿਰਫ ਉਹੀ ਆਉਣਗੀਆਂ, ਹੋਰ ਨਹੀਂ ਕੁਝ ਆਏਗਾ। ਠੀਕ ਹੈ ਫਰੈਂਡਸ, ਕ੍ਰੈਡਿਟ ਪਰਚੇਸ ਵਿੱਚ ਐਸਿਡ ਵੀ ਤਾਂ ਆ ਸਕਦੇ ਆ, ਉਹ ਨਹੀਂ ਆਏਗਾ। ਉਸ ਤੋਂ ਹੋ ਗਿਆ, ਦ ਟੋਟਲ ਆਫ ਪਰਚੇਸ ਡੇ ਬੁੱਕ ਇਜ਼ ਪੋਸਟਡ ਪੀਰੀਓਡਿਕਲੀ ਟੂ, ਦੱਸੋ, ਡੈਬਿਟ ਆਫ ਪਰਚੇਸਿਸ, ਕ੍ਰੈਡਿਟ ਆਫ ਪਰਚੇਸਿਸ, ਕੈਸ਼ ਬੁੱਕ ਪਰਚੇਸਿਸ, ਨਨ ਆਫ ਦਿਸ। ਦੱਸੋ ਇਹਦਾ ਆਏਗਾ ਡੈਬਿਟ ਆਫ ਪਰਚੇਸਿਸ, ਸਾਰੇ ਡੈਬਿਟ ਦਾ ਹੀ ਆਏਗਾ ਬੈਲੈਂਸ। ਠੀਕ ਹੈ ਫਰੈਂਡਸ, ਰਿਟਰਨ ਗੁਡਸ ਟੂ ਬਜਾਜ, ਆਪਾਂ ਨੇ ਗੁਡਸ ਰਿਟਰਨ ਕਰਤੇ ਤਾਂ ਇਹ ਕੀ ਹੋਇਆ, ਪਰਚੇਸ ਰਿਟਰਨ, ਸੇਲ ਰਿਟਰਨ, ਜਨਰਲ ਪਰਚੇਸ ਬੁੱਕ, ਇਹ ਆਏਗਾ ਪਰਚੇਸ ਰਿਟਰਨ। ਠੀਕ ਹੈ ਫਰੈਂਡਸ, ਅੱਗੇ ਪੜ੍ਹਦੇ ਹਾਂ ਆਪਾਂ। ਰਿਟਰਨਸ ਇਨਵਰਡ ਫਰੋਮ ਰਹੀਮ ਇਜ਼ ਐਂਟਰਡ ਇਨ, ਤੁਹਾਨੂੰ ਮੈਂ ਦੱਸ ਕੇ ਹਟਿਆ, ਰਿਟਰਨ ਇਨਵਰਡ ਸੇਲ ਰਿਟਰਨ ਬੁੱਕ ਆਏਗਾ, ਪਰਚੇਸ ਰਿਟਰਨ ਬੁੱਕ 'ਚ ਆਏਗਾ, ਜਨਰਲ 'ਚ ਆਏਗਾ, ਸੇਲ ਬੁੱਕ 'ਚ ਆਏਗਾ। ਦੱਸੋ, ਇਹ ਆਏਗਾ ਸੇਲ ਰਿਟਰਨ ਬੁੱਕ 'ਚ। ਪਰਚੇਸ ਰਿਟਰਨ 'ਚ ਕੀ ਆਉਂਦਾ, ਰਿਟਰਨ ਆਊਟਵਰਡ ਆਉਂਦਾ। ਆਪਾਂ ਪੜ੍ਹਿਆ ਨਾ ਉੱਪਰ, ਹੋਣੀ ਤੁਹਾਨੂੰ ਦੱਸ ਵੀ ਦਿੰਦਾ, ਆ ਦੇਖੋ ਉੱਪਰ ਪੜ੍ਹ ਕੇ ਆਏ ਹਾਂ, ਆ ਰਿਹਾ ਰਿਟਰਨ ਆਊਟਵਰਡ, ਪਰਚੇਸ ਰਿਟਰਨ। ਅਤੇ ਜਦੋਂ ਆਪਾਂ ਥੱਲੇ ਦੇਖਦੇ ਹਾਂ ਸੇਲ ਰਿਟਰਨ, ਤਾਂ ਸੇਲ ਰਿਟਰਨ ਵਾਲਾ ਇਹ ਆ ਜਾਏਗਾ ਰਿਟਰਨ ਇਨਵਰਡ। ਤਾਂ ਉਰੇ ਆਪਾਂ ਕੁਐਸਚਨ ਦੀ ਗੱਲ ਕਰ ਰਹੇ ਸੀ, ਰਿਟਰਨ ਇਨਵਰਡ ਫਰੋਮ ਰਹੀਮ ਇਜ਼ ਐਂਟਰਡ ਇਨ ਸੇਲਸ ਰਿਟਰਨ ਬੁੱਕ, ਇਹ ਆਪਸ਼ਨ ਆ ਜਾਏਗਾ, ਇਹ ਆਪਸ਼ਨ। ਠੀਕ ਹੈ ਫਰੈਂਡ, ਜਨਰਲ ਪ੍ਰੋਪਰ ਇਜ਼ यूज्ड टू रिकॉर्ड all purchases of goods, all sale of goods, all business expenses paid in cash, all adjusted and reactivation entries। ਦੱਸੋ,
ਜਨਰਲ ਪ੍ਰੋਪਰ 'ਚ ਆ ਜਾਏਗਾ ਜਿੰਨੀ ਟ੍ਰਾਂਜੈਕਸ਼ਨ ਆਪਾਂ ਨੇ ਕੈਸ਼ 'ਚ ਪੇ ਕੀਤੀਆਂ ਬਿਜ਼ਨਸ ਐਕਸਪੈਂਸਿਸ। ਸੀ ਆਪਸ਼ਨ। 6ਵਾਂ ਹੈਗਾ ਪਰਚੇਸ ਆਫ ਪਲਾਂਟ ਐਂਡ ਮਸ਼ੀਨਰੀ ਔਨ ਕ੍ਰੈਡਿਟ ਬੇਸਿਸ ਇਜ਼ ਰਿਕਾਰਡਡ ਇਨ ਕੈਸ਼ ਬੁੱਕ, ਜਨਰਲ ਪ੍ਰੋਪਰ, ਪਰਚੇਸਿਸ। ਦੱਸੋ। ਕ੍ਰੈਡਿਟ ਬੇਸਿਸ ਤੇ ਹੈ। ਦੱਸੋ ਦੱਸੋ। ਇਹ ਆਏਗਾ ਜਨਰਲ ਪ੍ਰੋਪਰ। ठीक है फ्रेंड्स। विच ऑफ द फॉलोइंग स्टेटमेंट इज ट्रू? द सेल ऑफ एसेट इज रिकॉर्डेड इन सेल बुक्स। टोटल ऑफ रिटर्न आउटवर्ड इज डेबिटेड टू रिटर्न आउटवर्ड। द बैलेंस ऑफ पैटी कैश बुक इज लाइबिलिटी। कैश बुक इज सबसिडरी बुक एज वेल एज लेजर। ये तो तुहानूं पता लग गया होना क्योंकि मैं पढ़ाया, सब तो पहले पढ़ाया तुहानूं। यस, कैश बुक इज अ सबसिडरी बुक एज वेल एज लेजर, मतलब जनरल हैज वेल एज लेजर। ठीक है फ्रेंड्स। परचेज गुड्स फ्रॉम ई वर्थ 5000 ऑन क्रेडिट बेसिस, क्या होएगा? परचेज बुक। केड़ा ऑप्शन आ जाएगा? बी ऑप्शन। रिटर्न इनवर्ड बुक्स रिकॉर्ड, वही आ गया सेम सेल रिटर्न। ठीक है फ्रेंड्स, बी ऑप्शन। अज 9 क्वेश्चन ही सी। ठीक है फ्रेंड्स। ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੁਣ ਤੱਕ ਸਬਸਿਡਰੀ ਬੁੱਕ। ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਕਰਿਓ, ਮੈਂ ਤੁਹਾਨੂੰ ਅਗਲੇ ਲੈਕਚਰ 'ਚ ਉਹਨੂੰ ਐਕਸਪਲੇਨ ਕਰਾਂਗਾ। ਠੀਕ ਹੈ ਫਰੈਂਡਸ। ਪਿਛਲੇ ਲੈਕਚਰ 'ਚ ਆਪਾਂ ਸਾਰੇ MCQs ਥੋੜ੍ਹੇ ਕੋਈ ਪ੍ਰੈਕਟਿਸ ਕੀਤੀ ਸੀ ਅਕਾਊਂਟਿੰਗ ਬੇਸਿਕ ਉੱਪਰ। ਇਸੇ ਤਰ੍ਹਾਂ ਆਪਾਂ ਕੁਛ 3-4 ਲੈਕਚਰਸ ਬਾਅਦ ਆਪਾਂ ਪ੍ਰੈਕਟਿਸ ਕਰਿਆ ਕਰਾਂਗੇ। ਸਬਸਿਡਰੀ ਬੁੱਕ ਕੀਤਾ। ਠੀਕ ਹੈ ਫਰੈਂਡਸ। ਆਪਾਂ ਅੱਜ ਸਬਸਿਡਰੀ ਬੁੱਕਸ ਬਾਰੇ ਪੜ੍ਹਿਆ, ਇਹ ਵੀ ਉਸਦਾ ਪਾਰਟ ਹੈ। ਅੱਗੇ ਆਪਾਂ ਹੁਣ ਟਰਾਇਲ ਬੈਲੈਂਸ ਵੀ ਕਰਨਾ। ਲੈਜਰ ਦੀ ਪੋਸਟਿੰਗ ਟਰਾਇਲ ਬੈਲੈਂਸ ਉੱਤੇ ਜਾਣੀ ਹੈ ਨਾ, ਜਿਹੜਾ ਉਹਦਾ ਬਕਾਇਆ ਬਚਿਆ ਉਹ ਵੀ ਦੇਖਣਾ ਆਪਾਂ ਨੇ। ਠੀਕ ਹੈ ਫਰੈਂਡਸ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਵੀ ਕਰਿਓ, ਦੱਸਿਓ ਕਿ ਜੇ ਕੋਈ ਪ੍ਰੋਬਲਮ ਆਵੇ ਤਾਂ। ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰਨ। ਠੀਕ ਹੈ ਫਰੈਂਡਸ। ਜੇ ਤੁਹਾਨੂੰ ਵੀਡੀਓ 'ਚ ਕੋਈ ਪ੍ਰੋਬਲਮ ਸੀ ਤਾਂ ਮੈਨੂੰ ਮਾਫ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ। ਠੀਕ ਹੈ ਫਰੈਂਡ। ਓਕੇ, ਥੈਂਕ ਯੂ।